ਸ਼ਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖੈ ਲੱਖ ਕਰੋੜ, ਸੱਚੈ ਸਭ ਤਾਣ, ਸੱਚੈ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨੇ ਕੱਚ। ਮਹਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣੈ ਆਲਾਉ, ਵੱਡੀ ਵਡਿਆਈ ਬੁਝੈ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ। ਮਹਲਾ ਦੂਜਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼, ਇਕ ਨਾ ਭਾਣੈ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ। ਏਵ ਭੇ ਆਖ ਨਾ ਜਾਪਈ, ਜੇ ਕਿਸੇ ਆਣੈ ਰਾਸ। ਨਾਨਕ ਗੁਰਮੁਖ ਜਾਣੀਐ, ਜੈ ਕਉ ਆਪ ਕਰੇ ਪ੍ਰਗਾਸ। ਪੌੜੀ। ਨਾਨਕ ਜੀ ਉਪਾਏ ਕੈ, ਲਿਖ ਨਾਵੇਂ ਧਰਮ ਬਹਾਲਿਆ, ਉਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ। ਥਾਉ ਨ ਪਾਇਨ ਕੂੜਿਆਰ, ਮੋਹ ਕਾਲੇ ਦੁਜਕ ਚਾਲਿਆ, ਤੇਰੇ ਨਾਏ ਰਤੇ ਸਿਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੇਂ ਧਰਮ ਬਹਾਲਿਆ, ਲਿਖ ਨਾਵੇਂ ਧਰਮ ਬਹਾਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਜੁੜ ਬੈਠੇ ਗੁਰਸਿੱਖ ਪਿਆਰ ਵਾਲੇ ਵਡਭਾਗੇ ਹੋ, ਜੋ ਕਿ ਸਤਿਗੁਰਾਂ ਦੇ ਦਰ 'ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਜੁੜ ਬੈਠ ਕਰਕੇ ਰੱਬੀ ਬਾਣੀ ਧੁਰ ਕੀ ਬਾਣੀ ਦਾ ਜਾਪ ਸਰਵਣ ਕਰ ਰਹੇ ਸੋ। ਲੜੀਵਾਰ ਚੱਲ ਰਹੇ ਸ੍ਰੀ ਆਸਾ ਜੀ ਕੀ ਵਾਰ ਦੇ ਪਾਵਨ ਪਵਿੱਤਰ ਗੁਰਸ਼ਬਦ ਵਿਚਾਰ ਜੋ ਕੱਲ੍ਹ ਦੇ ਦੀਵਾਨ ਦੇ ਅੰਦਰ ਸ਼ੁਰੂਆਤ ਕੀਤੀ ਸੀ। ਕੱਲ੍ਹ ਅਸੀਂ ਇੱਕ ਪੌੜੀ, ਪਹਿਲੀ ਪੌੜੀ ਦੀ ਵਿਚਾਰ ਕੀਤੀ ਸੀ। ਅੱਜ ਦੂਸਰੀ ਪੌੜੀ ਦੇ ਨਾਲ ਸ਼ਲੋਕਾਂ ਦੀ ਵਿਚਾਰ ਕਰਨੀ ਹੈ। ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ 'ਚ ਹਾਜ਼ਰੀਆਂ ਲਵਾਉਂਦਿਆਂ ਹੋਇਆਂ
ਗੁਰ ਫਤਿਹ ਪ੍ਰਵਾਨ ਕਰਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੌੜੀ ਦੇ ਅੰਦਰ, ਇਸ ਦੇ ਅੰਦਰ ਨਾਲ ਦੋ ਸ਼ਲੋਕ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਤੇ ਇੱਕ ਸ਼ਲੋਕ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ, ਤੇ ਇੱਕ ਪੌੜੀ ਹੈ। ਤੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਉਸ ਅਕਾਲ ਪੁਰਖ ਨਿਰੰਕਾਰ ਦੇ, ਜਿਵੇਂ ਕੱਲ ਅਸੀਂ ਗੱਲ ਕੀਤੀ ਸੀ, ਉਸ ਦੀ ਉਸ ਤੋਂ ਵਡਿਆਈ ਕਰਦਿਆਂ ਹੋਇਆਂ ਸਾਹਿਬਾਂ ਨੇ ਉਸ ਪ੍ਰਭੂ ਪਰਮਾਤਮਾ ਦੇ ਕਰਮਾਂ ਦੀ ਗੱਲ ਕੀਤੀ ਹੈ, ਵਡਿਆਈ ਦੀ ਗੱਲ ਕੀਤੀ ਹੈ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਾਵਨ ਪਵਿੱਤਰ ਬਚਨ ਕਰਨੇ ਪ੍ਰਾਰੰਭ ਕਰਨ ਲੱਗੇ। ਸ਼ਲੋਕ ਮਹਲਾ ਪਹਿਲਾ। ਸ਼ਲੋਕ ਗਾਇਨ ਕਰਨ ਦੀ ਵਿਧੀ ਹੈ, ਲਿਖਣ ਦੀ ਤਰਤੀਬ ਹੈ, ਰਾਗ ਦੇ ਅੰਦਰ ਇੱਕ ਬ੍ਰਿਤੀ ਹੈ। ਮਹਲਾ ਪਹਿਲਾ ਤੋਂ ਭਾਵ ਹੈ ਪਹਿਲੇ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਪਾਵਨ ਪਵਿੱਤਰ ਬਾਣੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਰਮਾਤਮਾ ਦੀ ਉਸਤਤ ਵਡਿਆਈ ਕਰਦਿਆਂ ਹੋਇਆਂ ਬਚਨ ਕਰਨ ਲੱਗੇ। ਸੱਚੇ ਪਾਤਸ਼ਾਹ ਜੀਓ, ਹੇ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਜੀਓ, ਸੱਚੇ ਤੇਰੇ ਖੰਡ, ਹੇ ਪਰਮਾਤਮਾ ਸਾਰੀ ਸ੍ਰਿਸ਼ਟੀ ਜਿਹੜੀ ਤੂੰ ਬਣਾਉਣਾ ਕੀਤੀ ਹੈ ਬਿਲਕੁਲ ਸੱਚੀ ਹੈ, ਇਹਦੇ ਵਿੱਚ ਰਾਈ ਭਰਦੀ ਵੀ ਕੋਈ ਝੂਠ ਨਹੀਂ। ਜੇਕਰ ਸਾਰੀ ਸ੍ਰਿਸ਼ਟੀ ਦੇ ਹਿੱਸੇ ਵੱਖਰੇ ਵੱਖਰੇ, ਧਰਤੀ ਵੱਖਰੇ ਵੱਖਰੇ, ਜਿਵੇਂ ਸੂਰਜ ਚੰਦ ਇਤਿਆਦਿਕ ਜਿੰਨੇ ਵੀ ਗ੍ਰਹਿ ਨੇ, ਉਹ ਸੱਚੇ ਪ੍ਰਭੂ ਪਰਮਾਤਮਾ ਤੂੰ ਆਪ ਸੱਚੇ ਨੇ ਹੀ ਸਿਰਜਣਾ ਕੀਤੀ ਹੋਈ ਹੈ। ਸੱਚੇ ਬ੍ਰਹਿਮੰਡ, ਤੇ ਇਸ ਧਰਤੀ ਬ੍ਰਹਿਮੰਡ ਦੇ ਅੰਦਰ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ, ਧਰਤੀ ਵਰਗੀਆਂ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਆਪ ਤੁਸੀਂ ਸਿਰਜਣਾ ਕੀਤੀ ਹੋਈ ਹੈ। ਸੱਚੇ ਤੇਰੇ ਲੋ, ਸੱਚੇ ਆਕਾਰ, ਲੋ ਤੋਂ ਭਾਵ ਹੈ ਲੋਕਾਈ। ਇਸ ਧਰਤੀ ਦੇ ਵਿੱਚ ਪੈਦਾਇਸ਼ ਜਿਹੜੀ ਹੈ ਇਹ ਝੂਠ ਨਹੀਂ ਹੈ, ਇਹ ਪੈਦਾਇਸ਼ ਵੀ, ਲੋਕ ਵੀ ਤੁਸੀਂ ਆਪ ਪੈਦਾ ਕੀਤੇ ਨੇ। ਜਿਹੜੇ 84 ਲੱਖ ਦੀਆਂ ਜੂਨਾਂ ਵੱਖਰੀਆਂ ਵੱਖਰੀਆਂ ਲੋਕਾਂ ਦੀਆਂ ਜੂਨਾਂ ਨੇ, ਇਹ ਤੁਸੀਂ ਆਪ ਪੈਦਾ ਕੀਤੀਆਂ ਹੋਈਆਂ ਨੇ। ਸੱਚੇ ਆਕਾਰ, ਤੇ ਸੱਚਾ ਮਾਲਕ ਪ੍ਰਭੂ ਪਰਮਾਤਮਾ ਸਾਰਿਆਂ ਨੂੰ ਸੱਚੇ ਆਕਾਰ, ਵੱਖਰੇ ਵੱਖਰੇ ਆਕਾਰ ਪ੍ਰਭੂ ਪਰਮਾਤਮਾ ਨੇ ਦੇਣਾ ਕਰਕੇ ਸੰਸਾਰ ਦੇ ਉੱਤੇ ਭੇਜਣਾ ਕੀਤਾ ਹੈ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ ਜੀਓ, ਜਿੰਨੇ ਵੀ ਲੋਕ ਇਸ ਸੰਸਾਰ ਦੇ ਉੱਤੇ ਰਹਿਣ ਵਾਲੇ ਨੇ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਉਹ ਸੱਚੇ ਤੇਰੇ ਵਿਚਾਰ ਕਰਦੇ ਪਏ ਨੇ, ਤੇਰੇ ਬਾਰੇ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਉਹ ਵੀ ਸੱਚੇ ਮਾਲਕ ਜੀਓ, ਉਹ ਵੀ ਸੱਚੇ ਨੇ। ਤੇਰਾ ਨਾਮ ਵੀ ਸੱਚਾ ਹੈ, ਤੇਰੇ ਜਪਣ ਵਾਲੇ ਵੀ ਸੱਚੇ ਨੇ, ਤੇਰੇ ਨਾਲ ਜੁੜਨ ਵਾਲੇ ਵੀ ਸੱਚੇ ਨੇ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਤੂੰ ਸਾਰਿਆਂ ਨੂੰ ਇੱਕ ਧਾਗੇ ਦੇ ਵਿੱਚ ਪਰੋ ਕੇ ਰੱਖਿਆ ਹੋਇਆ ਹੈ। ਸਰਬ ਵਿਚਾਰ, ਸੱਚੇ ਮਾਲਕ ਦੀ ਸਾਰੇ ਵਿਚਾਰ ਕਰਦੇ ਪਏ ਨੇ। ਸੱਚਿਆ ਤੇਰਾ ਅਮਰ, ਸੱਚਾ ਦੀਵਾਨ, ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ ਜੀਓ, ਤੁਹਾਡਾ ਜਿਹੜਾ ਤੁਸੀਂ ਸਦਾ ਥਿਰ ਹੋ। ਅਮਰ ਤੋਂ ਭਾਵ ਹੈ ਜਿਹੜਾ ਮੌਤ ਦੇ ਵਸ ਦੇ ਵਿੱਚ ਨਹੀਂ ਆਉਣ ਵਾਲਾ, ਹਮੇਸ਼ਾ ਲਈ ਅਟਲ ਹੋ। ਹੇ ਅਕਾਲ ਪੁਰਖ ਪ੍ਰਭੂ ਪਰਮਾਤਮਾ ਜੀਓ, ਸੱਚਾ ਤੇਰਾ ਅਮਰ, ਸੱਚਾ ਦੀਵਾਨ। ਦੀਵਾਨ ਤੋਂ ਭਾਵ ਹੈ ਕਚਹਿਰੀ, ਤੇ ਤੁਸੀਂ ਸੱਚੀ ਕਚਹਿਰੀ ਲਾ ਕੇ ਬੈਠੇ ਹੋਏ ਹੋ। ਜਿਹੜਾ ਜਿਹੋ ਜਿਹਾ ਕਰਮ ਕਰਦਾ ਹੈ ਉਹਨੂੰ ਉਹੋ ਜਿਹਾ ਫਲ ਤੁਸੀਂ ਦਿੰਦੇ ਹੋ। ਤੁਸੀਂ ਉਹਦੇ ਕਰਮਾਂ ਦੇ ਹਿਸਾਬ ਦੇ ਨਾਲ ਤੁਸੀਂ ਉਹਨਾਂ ਨੂੰ ਜੀਵਨ ਬਖਸ਼ਿਸ਼ ਕਰਦੇ ਹੋ। ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ ਜੀਓ,
ਤੁਹਾਡਾ ਜਿਹੜਾ ਹੁਕਮ ਹੈ ਉਹ ਵੀ ਅਟਲ ਹੈ। ਪਰਮਾਤਮਾ ਦੇ ਹੁਕਮ ਦੇ ਵਿੱਚ ਕੋਈ ਹੁਕਮ ਅਦੂਲੀ ਨਹੀਂ ਕਰ ਸਕਦਾ। ਜੇਕਰ ਉਸ ਦੇ ਹੁਕਮ ਦੇ ਵਿੱਚ ਅਸੀਂ ਕੋਈ ਅਦੂਲੀ ਕਰਦੇ ਹਾਂ ਤੇ ਉਹਦੇ ਖਮਿਆਜੇ ਸਾਨੂੰ ਬਹੁਤਾਤ ਦੇ ਵਿੱਚ ਬਹੁਤ ਜ਼ਿਆਦਾ ਗਲਤ ਭੋਗਣੇ ਪੈਂਦੇ ਨੇ। ਜਿਵੇਂ ਕਿ ਅਸੀਂ ਕੁਝ ਵੀ ਅਸੀਂ ਗਲਤ ਕਰ ਰਹੇ ਹਾਂ, ਬੇਸ਼ੱਕ ਅਸੀਂ ਪ੍ਰਕਿਰਤੀ ਦੇ ਨਾਲ ਛੇੜਛਾੜ ਕਰ ਰਹੇ ਹਾਂ ਤੇ ਉਹਦੇ ਖਮਿਆਜੇ ਸਾਨੂੰ ਬਹੁਤ ਗਲਤ ਭੁਗਤਣੇ ਪੈਂਦੇ ਪਏ ਨੇ। ਜਾਂ ਇਵੇਂ ਕਹਿ ਲਈਏ ਕਿ ਜੇਕਰ ਅਸੀਂ ਧਰਤੀ ਦੇ ਉੱਤੋਂ ਦਰਖਤਾਂ ਦੀ ਕਟਾਈ ਜ਼ਿਆਦਾਤਰ ਕਰ ਰਹੇ ਹਾਂ ਤੇ ਉਹਦੇ ਬਦਲੇ ਸਾਡੇ ਕੋਲੋਂ ਆਕਸੀਜਨ ਵੀ ਘਟਦੀ ਜਾਵੇਗੀ। ਉਹਦੇ ਨਾਲ ਸਾਡੇ ਜੀਵਨ ਦੇ ਅੰਦਰ ਜਿੱਥੇ ਫਾਇਦੇ ਨੇ ਤੇ ਉੱਥੇ ਨੁਕਸਾਨ ਬਹੁਤਾਤ ਦੇ ਵਿੱਚ ਜ਼ਿਆਦਾ ਸਾਡੇ ਜੀਵਨ ਦੇ ਵਿੱਚ ਨੇ। ਗਰਮੀ ਵਧੇਗੀ ਤੇ ਸਾਡੇ ਜੀਵਨ ਦੇ ਵਿੱਚ ਤਿਉਂ ਸਾਡੇ ਜੀਵਨ ਦੇ ਅੰਦਰ ਨੁਕਸਾਨ ਹੋਰ ਵੱਧਦੇ ਜਾਣਗੇ। ਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਹੁਕਮ ਹੈ ਉਹ ਅਟਲ ਹੈ। ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਜਿਹੜਾ ਸਾਡਾ ਕਰਮ ਨੇ, ਜੇਕਰ ਅਸੀਂ ਸੱਚੇ ਕਰਮ ਕਰਦੇ ਹਾਂ ਤੇ ਉਹ ਸੱਚੇ ਪ੍ਰਭੂ ਪਰਮਾਤਮਾ ਦੇ ਦਰ ਦੇ ਉੱਤੋਂ ਸਾਨੂੰ ਮਾਣ ਪ੍ਰਾਪਤ ਹੋਵੇਗਾ। ਲੇਕਿਨ ਜੇਕਰ ਅਸੀਂ ਗਲਤ ਕੰਮ ਕਰਾਂਗੇ ਤੇ ਸਾਨੂੰ ਨੁਕਸਾਨ ਵੀ ਉਸ ਮਾਲਕ ਦੇ ਦਰੋਂ ਘਰੋਂ ਪ੍ਰਵਾਨ ਹੋਣਗੇ। ਲੇਕਿਨ ਸੱਚਾ ਨਿਸ਼ਾਨ, ਜੇਕਰ ਚੰਗੇ ਕਰਮ ਕਰਾਂਗੇ ਤੇ ਮਾਲਕ ਦੇ ਦਰੋਂ ਘਰੋਂ ਮੁਖ ਉਜਲਾ ਕਰਕੇ ਮਾਣ ਸਨਮਾਨ ਦੇ ਨਾਲ ਅਸੀਂ ਜੀਵਨ ਨੂੰ ਬਤੀਤ ਕਰ ਸਕਾਂਗੇ। ਸੱਚੇ ਤੁਧ ਆਖੈ ਲੱਖ ਕਰੋੜ। ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ ਜੀਓ, ਲੱਖਾਂ ਲੋਕ ਕਰੋੜਾਂ ਲੋਕ ਤੁਹਾਨੂੰ ਸੱਚੇ ਪ੍ਰਭੂ ਪਰਮਾਤਮਾ ਨੂੰ ਧਿਆਉਂਦੇ ਪਏ ਨੇ, ਸੱਚੇ ਪ੍ਰਭੂ ਪਰਮਾਤਮਾ ਨੂੰ ਯਾਦ ਕਰਦੇ ਪਏ ਨੇ। ਸੱਚੇ ਤੁਧ ਆਖੈ ਆਖਦੇ ਪਏ ਨੇ। ਲੱਖ ਕਰੋੜ ਲੱਖਾਂ ਕਰੋੜਾਂ ਲੋਕ ਤੈਨੂੰ ਧਿਆਉਂਦੇ ਪਏ ਨੇ। ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ, ਤੁਸੀਂ ਸੱਚੇ ਹੋ, ਤੁਹਾਨੂੰ ਧਿਆਉਣ ਵਾਲੇ ਵੀ ਸੱਚੇ ਹੋ ਜਾਂਦੇ ਨੇ। ਸੱਚੇ ਸਭ ਤਾਣ ਸੱਚੈ ਸਭ ਜੋਰ। ਤਾਣ ਤੋਂ ਭਾਵੈ ਬਲ, ਜੋਰ ਤੋਂ ਭਾਵੈ ਤਾਕਤ। ਜਿਹੜੇ ਤੈਨੂੰ ਸੱਚੇ ਪ੍ਰਭੂ ਪਰਮਾਤਮਾ ਸੱਚਾ ਸਭ ਤਾਣ, ਜਿਨ੍ਹਾਂ ਨੂੰ ਤੂੰ ਤਾਣ ਦਿੰਦਾ ਹੈ, ਬਲ ਦਿੰਦਾ ਹੈ, ਜ਼ੋਰ ਦਿੰਦਾ ਹੈ, ਉਹ ਤੈਨੂੰ ਆਪਣੇ ਪੂਰੇ ਬਲ ਦੇ ਨਾਲ, ਪੂਰੀ ਤਾਕਤ ਦੇ ਨਾਲ ਸਾਰੇ ਤੈਨੂੰ ਧਿਆਉਂਦੇ ਪਏ ਨੇ। ਧਿਆਉਂਦਿਆਂ ਧਿਆਉਂਦਿਆਂ ਸੱਚੀ ਤੇਰੀ ਸਿਫਤ ਸੱਚੀ ਸਾਲਾਹ। ਹੇ ਮੇਰੇ ਮਾਲਕ ਜੀਓ, ਤੁਹਾਡੀ ਵਡਿਆਈ ਵੀ ਸੱਚੀ ਹੈ, ਤੁਹਾਡੀ ਸਿਫਤ ਸਲਾਹੁਣਾ ਵੀ ਸੱਚੀ ਹੈ। ਜਿੰਨੀ ਕੋਈ ਕਿ ਪ੍ਰਭੂ ਪਰਮਾਤਮਾ ਤੁਹਾਡੀ ਵਡਿਆਈ ਕਰ ਦਿੰਦਾ ਹੈ, ਉਹਨਾਂ ਉਹ ਪਰਮਾਤਮਾ ਤੁਹਾਡੇ ਦਰ ਦੇ ਉੱਤੇ ਪ੍ਰਵਾਨ ਹੋਈ ਜਾਂਦਾ ਹੈ। ਦੁਨੀਆਦਾਰੀ ਦੇ ਤੌਰ ਦੇ ਉੱਤੇ ਵਡਿਆਈ ਕਿਸੇ ਦੀ ਕਰ ਦੇਵਾਂਗੇ। ਦੇਖੋ ਪੁਰਾਣੇ ਸਮਿਆਂ ਦੇ ਅੰਦਰ ਕਿਤੇ ਕੋਈ ਰਾਜਿਆਂ ਮਹਾਰਾਜਿਆਂ ਦੀ ਕੋਈ ਵਡਿਆਈ ਕਰਦਾ ਸੀ, ਉਹ ਦੁਨੀਆਦਾਰੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਧਨ ਜਾਇਦਾਦਾਂ ਦਿਆ ਕਰਦੇ ਸਨ। ਲੇਕਿਨ ਜਿਹੜੇ ਪ੍ਰਭੂ ਪਰਮਾਤਮਾ ਦੀ ਵਡਿਆਈ ਕਰਦੇ ਨੇ, ਪਰਮਾਤਮਾ ਉਹਨਾਂ ਨੂੰ ਕਿਸੇ ਗੱਲੋਂ ਕੋਈ ਕਮੀ ਰਹਿਣ ਹੀ ਨਹੀਂ ਦਿੰਦਾ। ਉਹਦੇ ਦਰੋਂ ਘਰੋਂ ਜਿਹੜੀ ਵੀ ਵਡਿਆਈ ਕਰਕੇ ਦਾਤ ਮੰਗਦਾ, ਉਹਦੀਆਂ ਦਾਤਾਂ ਪੂਰੀਆਂ ਕਰ ਦਿੰਦਾ। ਸੱਚੀ ਤੇਰੀ ਸਿਫਤ ਸੱਚੀ ਸਾਲਾਹ। ਜਿਹੜੇ ਤੈਨੂੰ ਸਲਾਹੁੰਦੇ ਨੇ ਉਹ ਵੀ ਸੱਚੇ ਹੋ ਜਾਂਦੇ ਨੇ। ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਜਿੰਨੀ ਵੀ ਕੁਦਰਤ ਬਣਾਉਣਾ ਕੀਤੀ ਹੈ, ਸਾਰੀ ਕਾਇਨਾਤ ਬਣਾਉਣਾ ਕੀਤੀ ਹੈ, ਸੱਚੇ ਮਾਲਕ ਨੇ ਸੱਚੀ ਕੁਦਰਤ ਬਣਾਉਣਾ ਕੀਤੀ ਹੈ। ਤੇ ਇਸ ਕੁਦਰਤ ਦੇ ਵਿੱਚ, ਇਸ ਸੰਸਾਰ ਦੇ ਉੱਤੇ ਜਿੰਨੇ ਵੀ ਰਾਜੇ ਮਹਾਰਾਜੇ ਪਾਤਸ਼ਾਹ, ਉਸ ਪ੍ਰਭੂ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਨੇ, ਪੈਦਾ ਕਰ ਰਿਹਾ ਹੈ ਤੇ ਪੈਦਾ ਕਰੇਗਾ। ਜਿਹਨੂੰ ਉਸ ਪ੍ਰਭੂ ਪਰਮਾਤਮਾ ਨੇ ਜਿੰਨੀ ਕੁ ਵਡਿਆਈ ਦੇਣੀ ਹੈ, ਉਹ ਆਪ ਹੀ ਪਰਮਾਤਮਾ ਵਡਿਆਈ ਦੇਈ ਜਾ ਰਿਹਾ ਹੈ। ਭਾਵੇਂ ਕਿ ਜਿੰਨਾ ਜਿੰਨਾ ਕੋਈ ਗੁਣ ਆਪਣੇ ਜੀਵਨ ਦੇ ਅੰਦਰ ਗ੍ਰਹਿਣ ਕਰਦਾ ਹੈ, ਉਹਨੂੰ ਉਸ ਹਿਸਾਬ ਦੇ ਨਾਲ ਕਰਮਾਂ ਦੇ ਅਧੀਨ ਹੁੰਦਿਆਂ ਹੋਇਆਂ ਉਹਨੂੰ ਉਹ ਬਖਸ਼ਿਸ਼ਾਂ ਪ੍ਰਭੂ ਪਰਮਾਤਮਾ ਆਪ ਵਡਿਆਈਆਂ ਬਖਸ਼ੀ ਜਾਂਦਾ ਹੈ।
ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨੇ ਕੱਚ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਹੋਇਆਂ ਬਚਨ ਕਰਨ ਲੱਗੇ, ਨਾਨਕ ਸੱਚ ਧਿਆਇਨ ਸੱਚ। ਜੋ ਜੀਵ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਪਰਮਾਤਮਾ ਨੂੰ ਧਿਆਉਂਦੇ ਨੇ, ਪਰਮਾਤਮਾ ਦਾ ਸਿਮਰਨ ਕਰਦੇ ਨੇ, ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਦਾ ਜੀਵਨ ਸੱਚੇ ਪ੍ਰਭੂ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦਾ ਹੈ ਤੇ ਉਹ ਸੱਚੇ ਦੇ ਨਾਲ ਜੁੜ ਜਾਂਦੇ ਨੇ। ਜੋ ਮਰ ਜੰਮੇ ਸੋ ਕੱਚ ਨਿਕੱਚ, ਜਿਹੜੇ ਪਰਮਾਤਮਾ ਤੋਂ ਦੂਰ ਰਹਿੰਦੇ ਨੇ, ਪਰਮਾਤਮਾ ਨੂੰ ਧਿਆਉਂਦੇ ਨਹੀਂ, ਉਹ ਜੰਮਣ ਮਰਨ ਦੇ ਚੱਕਰ ਦੇ ਵਿੱਚ ਕੱਚ ਸੋ ਕੱਚ ਤੋਂ ਭਾਵੇਂ ਜੰਮਣ ਮਰਨ ਦੇ ਗੇੜ ਦੇ ਵਿੱਚ ਪੈ ਜਾਂਦੇ ਨੇ। ਉਹ ਕਿਸੇ ਪਾਸੇ ਜੋਗੇ ਨਹੀਂ ਰਹਿ ਜਾਂਦੇ, ਲਗਾਤਾਰ ਜੀਵਨ ਦੇ ਅੰਦਰ ਆਉਣਾ ਜਾਣਾ ਉਹਨਾਂ ਦਾ ਲੱਗ ਜਾਂਦਾ ਹੈ। ਜਦੋਂ ਹੁਣ ਇਹ ਚੀਜ਼ ਜੀਵਨ ਦੇ ਵਿੱਚ ਬਣਦੀ ਹੈ, ਆਉਣੇ ਜਾਣ ਦੇ ਵਿੱਚ ਲੱਗ ਜਾਂਦਾ ਹੈ, ਤੇ ਫਿਰ ਜੀਵ ਨੂੰ ਕਰਨਾ ਕੀ ਪੈਣਾ ਹੈ? ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੂਜੇ ਸ਼ਲੋਕ 'ਚ ਬਚਨ ਕਹਿਣ ਲੱਗੇ ਜਦੋਂ ਇਹ ਸੱਚਾਈ ਦਾ ਪਤਾ ਲੱਗ ਗਿਆ ਕਿ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਕੇ ਹੀ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋਣੀਆਂ ਨੇ, ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਮਹਲਾ ਪਹਿਲਾ, ਵੱਡੀ ਵਡਿਆਈ ਜਾਂ ਵੱਡਾ ਨਾਉ। ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ ਜੀ, ਜਦੋਂ ਤੈਨੂੰ ਧਿਆਉਣ ਲੱਗਦੇ ਆ ਤੇ ਮਨ ਦੇ ਵਿੱਚ ਇਹ ਆਉਂਦਾ ਹੈ ਕਿ ਪਰਮਾਤਮਾ ਤੇਰੀ ਵਡਿਆਈ ਵੱਡੀ ਹੈ ਜਾਂ ਤੇਰਾ ਨਾਮ ਵੱਡਾ ਹੈ। ਭਾਵ ਕਿ ਵਡਿਆਈ ਵੀ ਨਾਮ ਦੀ ਕਰਨੀ ਹੈ ਨਾ, ਕਿ ਤੁਹਾਡੀ ਵਡਿਆਈ ਕਰਨੀ ਵੱਡੀ ਹੈ ਕਿ ਤੁਹਾਡਾ ਨਾਮ ਵੱਡਾ ਹੈ। ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸੱਚ ਨੇ ਆਓ। ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ ਜੀਓ, ਤੁਹਾਡੀ ਸਿਫਤ ਸਲਾਹੁਤਾ ਵੱਡੀ ਹੈ ਜਾਂ ਤੁਹਾਡੇ ਨਿਆਉ ਵੱਡਾ। ਜਦੋਂ ਤੁਹਾਡੇ ਨਿਆਉ ਵੱਲ ਵੇਖੀਏ, ਨਿਆਉ ਤੋਂ ਭਾਵ ਹੈ ਤੁਹਾਡੇ ਫੈਸਲੇ। ਪਰਮਾਤਮਾ ਤੁਹਾਡੇ ਫੈਸਲਿਆਂ, ਦੇਖੋ ਦੁਨੀਆਦਾਰੀ ਦਾ ਕੋਈ ਫੈਸਲਾ ਕਿਸੇ ਨੇ ਕੀਤਾ ਹੋਵੇਗਾ, ਉਹਦੇ ਉੱਤੇ ਕਿੰਤੂ ਪ੍ਰੰਤੂ ਹੋ ਜਾਂਦੀ ਹੈ। ਅਸੀਂ ਵੀ ਕਈ ਵਾਰੀ ਦੁਨੀਆਦਾਰੀ ਦਾ ਤੌਰ ਦੇ ਉੱਤੇ ਰਹਿੰਦਿਆਂ ਹੋਇਆਂ ਫੈਸਲੇ ਅਸੀਂ ਹਮੇਸ਼ਾ ਆਪਣੇ ਤਰਫੋਂ ਦੇਖਦੇ ਹਾਂ ਕਿ ਇਹ ਫੈਸਲਾ ਠੀਕ ਹੋਇਆ ਕਿ ਗਲਤ ਹੋਇਆ। ਜਿਹੜਾ ਇਨਸਾਨ ਉਹਦੇ ਹਾਂ ਪੱਖੀ ਦੇ ਵੱਲੋਂ ਹੋਇਆ ਹੋਵੇ ਤੇ ਉਹ ਫੈਸਲਾ ਗਲਤ ਹੋ ਜਾਵੇ ਤਾਂ ਅਸੀਂ ਆਖ ਦਿੰਦੇ ਹਾਂ ਕਿ ਜੱਜ ਨੇ ਫੈਸਲਾ ਗਲਤ ਕੀਤਾ। ਜਿਹੜਾ ਉਹ ਗਲਤ ਇਨਸਾਨ ਵੀ ਹੋਵੇ ਤੇ ਆਖੇ ਕਿ ਉਹਦੇ ਪੱਖ ਦਾ ਫੈਸਲਾ ਹੋ ਜਾਵੇ ਤੇ ਉਹਨੇ ਆਖਣਾ ਕਿ ਜੱਜ ਹੀ ਬੜਾ ਵਧੀਆ ਹੈ, ਬੜਾ ਵਧੀਆ ਫੈਸਲਾ ਕੀਤਾ। ਲੇਕਿਨ ਪ੍ਰਭੂ ਪਰਮਾਤਮਾ ਕੋਈ ਵੀ ਫੈਸਲਾ ਗਲਤ ਨਹੀਂ ਕਰਦਾ। ਤੇ ਸੱਚੇ ਪਾਤਸ਼ਾਹ ਕਹਿਣਗੇ ਵੱਡੀ ਵਡਿਆਈ ਜਾਂ ਸੱਚ ਨਿਆਉ, ਉਸ ਮਾਲਕ ਦੀ ਵਡਿਆਈ ਵੱਡੀ ਹੈ ਜਾਂ ਉਸ ਮਾਲਕ ਦਾ ਨਿਆਉ ਵੱਡਾ ਹੈ। ਵੱਡੀ ਵਡਿਆਈ ਜਾਂ ਨਿਹਚਲ ਥਾਉ, ਉਸ ਪ੍ਰਭੂ ਪਰਮਾਤਮਾ ਦੀ ਵਡਿਆਈ ਵੱਡੀ ਹੈ ਜਾਂ ਜਿਸ ਥਾਂ ਦੇ ਉੱਤੇ ਬੈਠਾ ਹੋਇਆ ਹੈ ਨਿਹਚਲ ਹੋ ਕਰਕੇ। ਕੁੱਲ ਆਲਮ ਦੁਨੀਆ ਦਾ ਭੱਜਦਾ ਦੌੜਦਾ ਹੈ, ਸਾਰਾ ਸੰਸਾਰ ਸਾਰੇ ਦੀ ਦੌੜ ਲੱਗੀ ਹੋਈ ਹੈ, ਲੇਕਿਨ ਪਰਮਾਤਮਾ ਇੱਕ ਥਾਂ ਦੇ ਉੱਤੇ ਟਿਕਿਆ ਹੋਇਆ ਹੈ। ਉਹ ਕਿਤੇ ਦੌੜਦਾ ਨਹੀਂ ਹੈ, ਉਹ ਇੱਕ ਥਾਂ 'ਤੇ ਬੈਠ ਕੇ ਸਾਰਾ ਕੁਛ ਦੇਖ ਰਿਹਾ ਹੈ ਵੀ ਅਸੀਂ ਦੁਨੀਆਦਾਰੀ ਦੀ ਲੋਕਾਈ ਕੀ ਕਰਦੀ ਹੈ, ਕਿੰਨਾ ਕੁ ਭੱਜਦੀ ਦੌੜਦੀ ਹੈ, ਕਿੰਨੀ ਕੁ ਭਟਕਣਾ ਦੇ ਵਿੱਚ ਪੈਂਦੀ ਹੈ। ਉਹ ਸਾਰਾ ਕੁਝ ਸਾਡੇ ਹਿਰਦਿਆਂ ਦੇ ਵਿੱਚ ਬਹਿ ਕੇ ਦੇਖਦਾ ਪਿਆ ਹੈ ਕਿ ਇਹ ਕਿੱਧਰ ਦੇ ਮਨ ਦੇ ਅੰਦਰ ਇਹਦੇ ਖਿਆਲ ਕੀ ਆਉਂਦੇ ਨੇ, ਕਿੱਧਰ ਨੂੰ ਇਹ ਸੰਸਾਰਿਕ ਤੌਰ ਦੇ ਉੱਤੇ ਦੌੜਦਾ ਹੈ, ਇੱਕ ਦੇ ਨਾਲ ਜੁੜਦਾ ਕਿ ਨਹੀਂ ਜੁੜਦਾ। ਉਹ ਸਾਰਾ ਕੁਝ ਬੈਠ ਕਰਕੇ ਉਹ ਦੇਖਦਾ ਪਿਆ ਹੈ। ਵੱਡੀ ਵਡਿਆਈ ਜਾਣੈ ਆਲਾਓ, ਹੇ ਪ੍ਰਭੂ ਪਰਮਾਤਮਾ, ਉਹ ਵੱਡਾ ਇੰਨਾ ਕੁ ਵੱਡਾ ਆ ਕਿ ਉਹ ਸਾਰੇ ਅਲਾਓ ਤੋਂ ਭਾਵੇਂ ਸਾਰੀਆਂ ਦੀਆਂ ਅਰਦਾਸਾਂ ਬੇਨਤੀਆਂ ਸੁਣਨ ਵਾਲਾ। ਹੁਣ ਕਰੋੜਾਂ ਅਰਬਾਂ ਦੀ ਆਬਾਦੀ ਹੈ, 1.5 ਅਰਬ ਦੀ ਆਬਾਦੀ ਕੇਵਲ ਤੇ ਕੇਵਲ ਹਿੰਦੁਸਤਾਨ ਦੀ ਹੈ। ਪੂਰੇ ਵਰਲਡ ਦੀ ਕਿੰਨੀ ਆਬਾਦੀ ਹੋਵੇਗੀ, ਤੇ ਉਹ ਪ੍ਰਭੂ ਪਰਮਾਤਮਾ ਸਾਰਿਆਂ ਦੀਆਂ ਅਰਦਾਸਾਂ ਸੁਣਦਾ ਪਿਆ। ਉਹ ਕਿੰਨੀਆਂ ਦੀਆਂ ਬੇਨਤੀਆਂ ਕਿੱਦਾਂ ਕਿੱਥੇ ਪੂਰੀਆਂ ਕਰਦਾ ਹੋਵੇਗਾ।
ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਵੱਡੀ ਵਡਿਆਈ ਜਾਣੈ ਅਲਾਓ। ਉਹ ਪ੍ਰਮਾਤਮਾ ਦੀ ਕਿੰਨੀ ਕੁ ਵੱਡੀ ਵਡਿਆਈ ਕਰ ਸਕਾਂਗੇ ਜਾਂ ਕਿੰਨੀ ਕੁ ਵਡਿਆਈ ਵੱਡੀ ਹੋਵੇਗੀ ਜਿਹੜਾ ਪੂਰੇ ਆਲਮ ਦੀਆਂ ਅਰਦਾਸਾਂ ਬੇਨਤੀਆਂ ਸੁਣਦਾ ਪਿਆ। ਅਸੀਂ ਤਾਂ ਇਕੱਲੀ ਆਬਾਦੀ ਦੀ ਗੱਲ ਕੀਤੀ ਹੈ ਨਾ, ਜਿਹੜੇ 84 ਲੱਖ ਜੋਨਾਂ ਇੱਥੇ ਰਹਿੰਦੀਆਂ ਨੇ, ਜੋ ਪਸ਼ੂ ਪੰਛੀ ਇਤਿਆਦਿਕ ਜੀਵ ਨੇ, ਉਹ ਸਾਰਿਆਂ ਦੀਆਂ ਅਰਦਾਸਾਂ ਸੁਣਦਾ ਪਿਆ ਹੈ। ਅਤੇ ਉਹ ਕਿੰਨਾ ਕੁ ਵੱਡਾ ਹੋਵੇਗਾ। ਵੱਡੀ ਵਡਿਆਈ ਜਾਣੈ ਅਲਾਓ, ਵੱਡੀ ਵਡਿਆਈ ਬੁੱਝੈ ਸਭ ਭਾਓ। ਹੇ ਪ੍ਰਭੂ ਪਰਮਾਤਮਾ, ਤੇਰੀ ਕਿੰਨੀ ਕੁ ਵਡਿਆਈ ਕਰੀਏ। ਤੂੰ ਹਰੇਕ ਇਨਸਾਨ ਦੇ ਵਲਵਲਿਆਂ ਨੂੰ ਵੀ ਜਾਣਦਾ। ਕਿ ਅਸੀਂ ਵਲਵਲੇ ਕੀ ਹੁੰਦੇ ਕਿ ਅਸੀਂ ਸੋਚਾਂ ਸੋਚਦੇ ਹਾਂ ਕਿ ਮਾਲਕਾ ਆਹ ਮੇਰੀ ਮੰਗ ਪੂਰੀ ਕਰ ਦੇ ਅਤੇ ਮੇਰੇ ਜੀਵਨ ਦੇ ਵਿੱਚ ਆਹ ਚੀਜ਼ਾਂ ਦੀ ਬੜੋਤਰੀ ਹੋ ਸਕਦੀ ਹੈ। ਮੇਰੇ ਧੀਆਂ ਪੁੱਤ ਇਹ ਕਰ ਲੈਣਗੇ, ਮੇਰੇ ਧੀਆਂ ਪੁੱਤ ਜੇ ਕਰ ਲੈਣਗੇ, ਮੇਰਾ ਕਾਰੋਬਾਰ ਇਵੇਂ ਹੋਵੇਗਾ। ਹਰੇਕ ਇਹ ਵਲਵਲੇ ਨੇ। ਅਸੀਂ ਜੋ ਸੋਚਾਂ ਸੋਚਦੇ ਨੇ ਉਹ ਪ੍ਰਭੂ ਪਰਮਾਤਮਾ ਵੀ ਸਾਡੀਆਂ ਸੋਚਾਂ ਨੂੰ ਪੂਰੀਆਂ ਕਰਨ ਵਾਲਾ ਉਹ ਆਪ ਹੈ। ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ ਜੀਓ, ਵੱਡੀ ਵਡਿਆਈ ਬੁੱਝੈ ਸਭ ਭਾਓ। ਹੇ ਪਰਮਾਤਮਾ, ਤੂੰ ਸਾਰਿਆਂ ਦੇ ਮਨ ਦੇ ਵਲਵਲਿਆਂ ਨੂੰ ਵੀ ਬੁੱਝਣ ਵਾਲਾ ਹੈ, ਸਾਰਿਆਂ ਦੇ ਵਲਵਲਿਆਂ ਨੂੰ ਵੀ ਸਮਝਣ ਵਾਲਾ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਹੇ ਪ੍ਰਭੂ ਪਰਮਾਤਮਾ ਜੀਓ, ਤੂੰ ਕਿੰਨਾ ਕੁ ਵੱਡਾ ਆ, ਤੇਰੀ ਵਡਿਆਈ ਕਿੰਨੀ ਕੁ ਵੱਡੀ ਹੈ। ਜਿਹੜਾ ਇਨਸਾਨ ਕਦੀ ਕਿਸੇ ਕੋ ਸਲਾਹ ਨਹੀਂ ਦਿੰਦਾ, ਕੋਈ ਪਰਮਾਤਮਾ ਦੇ ਕੋਲੋਂ ਆਣ ਕੇ ਸਲਾਹ ਲੈਂਦਾ, ਉਹ ਪਰਮਾਤਮਾ ਉਹਦੀਆਂ ਸਲਾਹਾਂ ਦੇ ਵਿੱਚ ਹਾਮੀ ਭਰਨ ਵਾਲਾ ਵੀ ਉਹ ਆਪ ਹੈ। ਦੇਖੋ ਅਸੀਂ ਜਦੋਂ ਸਲਾਹ ਕਰਦੇ ਹਾਂ ਅਤੇ ਉਹ ਸਲਾਹ ਤੱਕ ਪਹੁੰਚਾਉਣ, ਸਲਾਹਾਂ ਦੇਣ ਵਾਲਾ ਵੀ ਉਹ ਆਪ ਹੈ। ਮਨ ਨੂੰ ਸਲਾਹਾਂ ਦੇਣ ਵਾਲਾ ਵੀ ਉਹ ਆਪ ਹੈ ਅਤੇ ਮਨ ਨੂੰ ਸਲਾਹਾਂ ਦੇ ਕੇ ਉਹ ਸਲਾਹ ਪੂਰੀ ਕਰਵਾਉਣ ਵਾਲਾ ਵੀ ਆਪ ਹੈ। ਹੁਣ ਜਦੋਂ ਪਤੀ ਪਤਨੀ ਦੇ ਰੂਪ ਦੇ ਅੰਦਰ ਪਤੀ ਪਤਨੀ ਘਰ ਦੇ ਅੰਦਰ ਕੋਈ ਸਲਾਹ ਕਰਦੇ ਆ ਅਤੇ ਉਹ ਸਲਾਹ ਕਰਕੇ ਉਹ ਕੋਈ ਕੰਮ ਕਰ ਲੈਂਦੇ ਆ। ਮੰਨ ਲਓ ਜਾਂ ਇਵੇਂ ਕਹਿ ਲਈਏ ਕਿ ਘਰ ਜਿਵੇਂ ਮਕਾਨ ਬਣਾਉਣਾ ਹੈ, ਪਤੀ ਪਤਨੀ ਨੇ ਆਪਸ ਵਿੱਚ ਸਲਾਹ ਕੀਤੀ ਅਤੇ ਸਲਾਹ ਕਰਕੇ ਮਕਾਨ ਸ਼ੁਰੂ ਕਰ ਲਿਆ ਅਤੇ ਉਹ ਨੇਪਰੇ ਕੰਮ ਚੜਾਉਣ ਵਾਲਾ ਉਹ ਆਪ ਪ੍ਰਭੂ ਪਰਮਾਤਮਾ। ਉਹ ਸਲਾਹਾਂ ਦੇਣ ਵਾਲਾ ਵੀ ਉਹ ਆਪ ਹੈ ਅਤੇ ਨੇਪਰੇ ਕੰਮ ਚੜਾਉਣ ਵਾਲਾ ਵੀ ਉਹ ਆਪ ਹੈ। ਜਾਂ ਧੀ ਪੁੱਤ ਦਾ ਅਸੀਂ ਵਿਆਹ ਕਰਨਾ ਅਤੇ ਪਰਿਵਾਰ 'ਚ ਸਲਾਹ ਕਰਦੇ ਹਾਂ ਅਤੇ ਸਲਾਹਾਂ ਦੇਣ ਵਾਲਾ ਵੀ ਉਹ ਆਪ ਹੈ ਅਤੇ ਨੇਪਰੇ ਚੜਾਉਣ ਵਾਲਾ ਵੀ ਉਹ ਆਪ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ ਜੀਓ, ਦਾਤਾਂ ਵੀ ਤੁਸੀਂ ਆਪ ਤਰੁੱਠ ਕੇ ਦਿੰਦੇ ਹੋ, ਤੁਹਾਡੀ ਕੀ ਵਡਿਆਈ ਕਰੀਏ। ਜਾਂ ਸਾਰਾ ਕੁਝ ਹੀ ਤੁਸੀਂ ਆਪਣੇ ਹੱਥ ਦੇ ਵਿੱਚ ਲੈ ਕੇ ਰੱਖਿਆ ਹੋਇਆ ਹੈ। ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਣਾ ਸਰਬ ਰਜ਼ਾਏ। ਨਾਨਕ ਕਾਰਨ ਕਥਨੀ ਜਾਏ। ਸਾਹਿਬ ਕਹਿਣ ਲੱਗੇ ਕੋਈ ਵੀ ਕੰਮ ਜਿਹੜਾ ਹੈ ਨਾ ਵਿਅਰਥ ਨਹੀਂ ਜਾਂਦਾ। ਜੇ ਵਡਿਆਈ ਕਰਕੇ ਕੋਈ ਵੀ ਸਿਫਤ ਸਲੋਤ ਕਰਕੇ ਪਰਮਾਤਮਾ ਦੀ ਉਸਤਤ ਵਡਿਆਈ ਕਰਕੇ ਅਸੀਂ ਕੰਮ ਕਰਦੇ ਹਾਂ ਨਾ, ਤੇ ਕੋਈ ਕੰਮ ਵਿਅਰਥ ਨਹੀਂ ਜਾਂਦਾ, ਬਲਕਿ ਕੀਤਾ ਕਰਨਾ ਸਰਬ ਰਜ਼ਾਏ। ਜਿੰਨਾ ਵੀ ਕੁਝ ਕਰਾਂਗੇ ਮਾਲਕ ਨਿਰੰਕਾਰ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਏਗਾ। ਉਹਦੀ ਰਜ਼ਾ ਦੇ ਵਿੱਚ ਰਹਿ ਕੇ ਜੇਕਰ ਅਸੀਂ ਕਰਾਂਗੇ ਤੇ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਸਕਦਾ। ਕਿਉਂ ਹੋ ਸਕਦਾ ਹੈ, ਉਹਦਾ ਕਾਰਨ ਕੀ ਹੈ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਨਾਲ ਸਪਸ਼ਟ ਕੀਤਾ। ਮਹਲਾ ਦੂਜਾ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕਹਿੰਦੇ ਪ੍ਰਭੂ ਪਰਮਾਤਮਾ ਨੇ ਸਾਰਾ ਸੰਸਾਰ ਸੱਚੇ ਦੀ ਕੋਠੜੀ ਬਣਾਇਆ ਹੋਇਆ ਹੈ। ਅਸੀਂ ਘਰਾਂ ਦੇ ਅੰਦਰ ਹੁਣ ਤੇ ਕੋਠੀਆਂ ਬਣ ਗਈਆਂ ਨੇ, ਪਹਿਲਾਂ ਘਰਾਂ ਦੇ ਕੋਠੜੀਆਂ ਹੋਇਆ ਕਰਦੀਆਂ ਸਨ। ਛੋਟੇ ਛੋਟੇ ਘਰ, ਮਿੱਟੀ ਦੇ ਘਰ ਅਤੇ ਕੋਠੜੀਆਂ ਬਣਾਉਣੀਆਂ। ਅਤੇ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰਾ ਸੰਸਾਰ ਪਰਮਾਤਮਾ ਦੀ ਇਹ ਕੋਠੀ ਹੈ ਜਾਂ ਕੋਠੜੀ ਹੈ। ਇਹਦੇ ਵਿੱਚ ਕੀ ਹੈ, ਸੱਚੇ ਕਾ ਵਿੱਚ ਵਾਸ। ਹੁਣ ਅਸੀਂ ਸਾਰੇ ਕੋਠੜੀਆਂ ਹਾਂ, ਸਾਰੇ ਜਿੰਨੇ ਵੀ ਜੀਵ ਆ ਇਹ ਸਾਰੇ ਕੋਠੜੀਆਂ ਦੇ ਰੂਪ ਦੇ ਵਿੱਚ ਆ, ਅਤੇ ਸਾਰਿਆਂ ਦੇ ਵਿੱਚ ਕੀ ਆ, ਸੱਚਾ ਪਰਮਾਤਮਾ ਵਸਦਾ ਪਿਆ ਹੈ। ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲਏ,
ਇੱਕ ਜਿਹੜੇ ਨੇ ਉਹ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਉਹਦੇ ਵਿੱਚ ਸਮਾ ਜਾਂਦੇ ਨੇ। ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਹੁਕਮ ਤੋਂ ਹੁਕਮ ਅਦੁੱਲੀ ਕਰ ਦਿੰਦੇ ਨੇ। ਹੁਕਮ ਮੰਨਣਾ ਨਹੀਂ ਚਾਹੁੰਦੇ, ਹੁਕਮ ਦੇ ਅਨੁਸਾਰ ਨਹੀਂ ਚੱਲਦੇ। ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕੱਢ ਲਏ। ਇੱਕ ਤੇ ਹੁਕਮ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ, ਤੇ ਪ੍ਰਮਾਤਮਾ ਬਾਂਹ ਫੜ ਕੇ ਆਪਣੇ ਦਰ ਦੇ ਉੱਤੇ ਪ੍ਰਵਾਨ ਕਰ ਲੈਂਦਾ ਹੈ। ਤੇ ਇੱਕ ਨਾ ਮਾਇਆ ਵਿੱਚ ਨਿਵਾਸ, ਇੱਕ ਮਾਇਆ ਦੇ ਵਿੱਚ ਨਿਵਾਸ ਕਰ ਲੈਂਦੇ ਨੇ। ਕੇਵਲ ਤੇ ਕੇਵਲ ਸਾਰੀ ਉਮਰ ਮੈਂ ਮਾਇਆ ਦੇ ਵਿੱਚ ਲੱਗ ਕਰਕੇ, ਮੋਹ ਮਾਇਆ ਦੇ ਵਿੱਚ ਲੱਗ ਕਰਕੇ ਸਾਰੀ ਜੀਵਨ ਹੀ ਮੈਂ ਕਰਦਿਆਂ ਹੀ ਗੁਜ਼ਾਰ ਦਿੰਦੇ ਨੇ। ਮੇਰੇ ਧੀਆਂ, ਮੇਰੇ ਪੁੱਤ, ਮੇਰੀ ਨੌਕਰੀ, ਮੇਰਾ ਬਿਜ਼ਨਸ, ਸਾਰਾ ਕੁਝ ਮੈਂ ਕਰਦਿਆਂ ਹੀ ਗੁਜ਼ਾਰ ਲੈਂਦੇ ਨੇ, ਲੇਕਿਨ ਉਹ ਮਾਇਆ ਦੇ ਵਿੱਚ ਹੀ ਨਿਵਾਸ ਕਰਦੇ ਰਹਿੰਦੇ ਨੇ। ਸਾਹਿਬ ਕਹਿਣ ਲੱਗੇ ਏਵ ਪੇ ਆਖ ਨਾ ਜਾਪਈ ਜੇ ਕਿਸੇ ਆਣੈ ਰਾਸ। ਸਾਹਿਬ ਕਹਿਣ ਲੱਗੇ ਇਉਂ ਵੀ ਇਸੇ ਤਰ੍ਹਾਂ ਹੀ ਕਈ ਆਖ ਕੇ ਪ੍ਰਭੂ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਨੇ। ਉਹ ਹੰਕਾਰ ਦੇ ਵਿੱਚ ਪੈ ਕੇ ਵੀ ਪਰਮਾਤਮਾ ਨੂੰ ਧਿਆਉਂਦੇ ਨਹੀਂ। ਜੇ ਕਿਸੇ ਆਣੈ ਰਾਸ, ਜਿਹੜੇ ਪ੍ਰਭੂ ਫਿਰ ਉਹ ਪਰਮਾਤਮਾ ਦੇ ਦਰ ਦੇ ਉੱਤੇ ਰਾਸ, ਉਹਨਾਂ ਨੂੰ ਚੰਗੇ ਪ੍ਰਵਾਨ ਨਹੀਂ ਹੋ ਸਕਦੇ। ਉਹ ਕੇਵਲ ਤੇ ਕੇਵਲ ਹੰਕਾਰ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰ ਲੈਂਦੇ ਨੇ। ਸਾਹਿਬ ਕਹਿੰਦੇ ਨਾਨਕ ਗੁਰਮੁਖ ਜਾਣੀਐ ਜਾਂ ਕਉ ਆਪ ਕਰੇ ਪ੍ਰਗਾਸ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਕਹਿਣ ਲੱਗੇ ਨਾਨਕ ਗੁਰਮੁਖ ਜਾਣੀਏ। ਜਿਹੜੇ ਗੁਰਮੁਖ ਜਨ ਉਹਨਾਂ ਨੂੰ ਜਾਣਿਆ ਜਾ ਸਕਦਾ ਹੈ। ਜਾਂ ਕੋ ਆਪ ਕਰੇ ਪ੍ਰਗਾਸ, ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪ੍ਰਭੂ ਪਰਮਾਤਮਾ ਆਪ ਪ੍ਰਗਾਸ ਕਰ ਦਿੰਦਾ ਹੈ। ਉਹ ਆਪ ਪਰਮਾਤਮਾ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। ਉਹ ਜੀਵ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦੇ ਨੇ। ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾਵੇਂ ਧਰਮ ਬਹਾਲਿਆ। ਹੇ ਪ੍ਰਭੂ ਪਰਮਾਤਮਾ ਜੀਓ, ਤੁਸੀਂ ਸਾਰਿਆਂ ਨੂੰ ਪੈਦਾ ਕਰਕੇ ਉਹਨਾਂ ਨੂੰ ਧਰਮ ਕਮਾਉਣ ਵਾਸਤੇ ਸੰਸਾਰ ਦੇ ਉੱਤੇ ਭੇਜਿਆ ਹੈ। ਸਾਰਿਆਂ ਨੂੰ ਪੈਦਾ ਕਰਕੇ ਪਰਮਾਤਮਾ ਨੇ ਧਰਮ ਕਮਾਉਣ ਵਾਸਤੇ ਲਿਖ ਨਾਵੇਂ ਧਰਮ ਬਹਾਲਿਆ। ਸਾਡੇ ਲੇਖ ਲਿਖ ਕੇ ਸੰਸਾਰ ਦੇ ਉੱਤੇ ਧਰਮ ਕਮਾਉਣ ਵਾਸਤੇ ਭੇਜਿਆ। ਉੱਥੇ ਸੱਚੈ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ। ਸੰਸਾਰ ਦੇ ਵਿੱਚ ਅਸੀਂ ਜਿੰਨੇ ਵੀ, ਸਾਨੂੰ ਤੇ ਪਰਮਾਤਮਾ ਨੇ ਭਜਨ ਬੰਦਗੀ ਕਰਨ ਦੇ ਵਾਸਤੇ ਭੇਜਿਆ, ਧਰਮ ਕਮਾਉਣ ਵਾਸਤੇ ਭੇਜਿਆ। ਹੁਣ ਅਸੀਂ ਝਾਤ ਮਾਰਨੀ ਹੈ ਕਿ ਸਾਡੇ ਜੀਵਨ ਦੇ ਅੰਦਰ ਅਸੀਂ ਕਿੰਨਾ ਕੁ ਧਰਮ ਕਮਾਇਆ, ਕਿੰਨਾ ਕੁ ਪਰਮਾਤਮਾ ਨੂੰ ਧਿਆਇਆ, ਕਿੰਨਾ ਕੁ ਭਜਨ ਬੰਦਗੀ ਕੀਤੀ, ਕਿੰਨੀ ਕੁ ਸੇਵਾ ਕੀਤੀ, ਸਿਮਰਨ ਕੀਤਾ, ਉਹ ਅਸੀਂ ਵਿਚਾਰਨਾ ਹੈ। ਹੁਣ ਸਾਹਿਬ ਕਹਿਣ ਲੱਗੇ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ। ਜਦੋਂ ਪਰਮਾਤਮਾ ਦੇ ਦਰ ਦੇ ਉੱਤੇ ਲੇਖਾ ਜੋਖਾ ਹੋ ਰਿਹਾ ਹੈ ਨਾ, ਜਿਹੜਾ ਸਾਡੇ ਜੀਵਨ ਜਿਉਂਦਿਆਂ ਹੋਇਆਂ ਅਸੀਂ ਜਿਹੜੇ ਗਲਤ ਕੰਮ ਕਰਦੇ ਪਏ ਹਾਂ ਜਾਂ ਚੰਗੇ ਕੰਮ ਕਰਦੇ ਪਏ ਹਾਂ, ਨਾਲੋਂ ਨਾਲ ਸਾਡੇ ਲੇਖ ਲਿਖੇ ਜਾ ਰਹੇ ਨੇ, ਨਾਲੋਂ ਨਾਲ ਸਾਡਾ ਨਿਬੇੜਾ ਹੋ ਰਿਹਾ ਹੈ। ਉੱਥੇ ਸੱਚੇ ਹੀ ਸੱਚ ਨਿਬੜਾ। ਉਸ ਪਰਮਾਤਮਾ ਦੇ ਦਰ ਦੇ ਉੱਤੇ ਕੇਵਲ ਤੇ ਕੇਵਲ ਸੱਚ ਦਾ ਨਿਬੇੜਾ ਹੋਣਾ ਹੈ। ਚੁਣ ਵੱਖ ਕੱਢੇ ਜਜਮਾਲਿਆ। ਉਸ ਪਰਮਾਤਮਾ ਨੇ ਪਾਪੀ ਬੰਦਿਆਂ ਦੇ ਜੀਵਨ ਦੇ ਅੰਦਰ ਜੋ ਗਲਤ ਕੰਮ ਕਰ ਰਹੇ ਆ, ਉਹਨਾਂ ਦਾ ਨਾਲੋਂ ਨਾਲ ਲੇਖਾ ਜੋਖਾ ਨਾਲੋਂ ਨਾਲ ਕਰਦਾ ਪਿਆ ਹੈ। ਉਹਦੇ ਫਲ ਵੀ ਨਾਲੋਂ ਨਾਲ ਹੀ ਪ੍ਰਾਪਤ ਹੋਣੇ ਨੇ। ਜਿਹੜੇ ਕੰਮ ਜਿਹੋ ਜੇ ਚੰਗੇ ਕੰਮ ਕਰਾਂਗੇ ਚੰਗਾ ਫਲ ਪ੍ਰਾਪਤ ਹੋਊਗਾ, ਜੇ ਮਾੜੇ ਕਰਾਂਗੇ ਤਾਂ ਮਾੜਾ ਫਲ ਪ੍ਰਾਪਤ ਹੋਊਗਾ। ਖਿਆਲ ਕਰਨਾ, ਕਈ ਵਾਰੀ ਸੰਸਾਰ ਦੇ ਉੱਤੇ ਰਹਿੰਦਿਆਂ ਹੋਇਆਂ ਹੀ ਚੰਗੇ ਦਾ ਚੰਗਾ ਫਲ ਮਿਲਣਾ ਸ਼ੁਰੂ ਹੋਏਗਾ, ਜੇ ਮਾੜੇ ਕਰਾਂਗੇ ਤਾਂ ਮਾੜਾ ਫਲ ਵੀ ਇੱਥੇ ਸੰਸਾਰ 'ਤੇ ਮਿਲਣਾ ਸ਼ੁਰੂ ਹੋ ਜਾਂਦਾ ਹੈ। ਭਾਵ ਕਿ ਜੇਕਰ ਕੋਈ ਇਨਸਾਨ ਪੜ੍ਹ ਲਿਖ ਕੇ ਚੰਗੀ ਨੌਕਰੀ ਦੇ ਉੱਤੇ ਲੱਗੇਗਾ ਅਤੇ ਉਹਦੇ ਜੀਵਨ ਦੇ ਅੰਦਰ ਮਿਡਲ ਕਲਾਸ ਤੋਂ ਹਾਈ ਕਲਾਸ ਤੱਕ ਜਾਂਦਿਆਂ ਕੋਈ ਜ਼ਿਆਦਾ ਦੇਰ ਨਹੀਂ ਲੱਗੇਗੀ, ਉਹਨੂੰ ਉਹਦਾ ਫਲ ਮਿਲਣਾ ਸ਼ੁਰੂ ਹੋ ਜਾਏਗਾ।
ਜੇਕਰ ਇਨਸਾਨ ਕੋਈ ਚੰਗਾ ਪੜ੍ਹੇਗਾ ਨਹੀਂ, ਕੋਈ ਚੰਗੀ ਨੌਕਰੀ ਨਹੀਂ ਮਿਲੇਗੀ, ਜੇਕਰ ਇੱਥੇ ਹੀ ਸਾਰੀ ਉਮਰ ਗਰੀਬੀ ਦਾਅਵੇ ਦੇ ਵਿੱਚ ਦਿਹਾੜੀਆਂ ਲਾਉਂਦਿਆਂ ਹੋਇਆਂ, ਘਰ ਦੇ ਵਿੱਚ ਕਲੇਸ਼ ਕਰਦਿਆਂ ਹੋਇਆਂ ਜੋ ਸਮਾਂ ਗੁਜ਼ਰ ਰਿਹਾ ਹੈ, ਤੇ ਉਹਦੇ ਵਾਸਤੇ ਇੱਥੇ ਹੀ ਮਾੜੇ ਦਿਨ ਸ਼ੁਰੂ ਨੇ, ਇੱਥੇ ਹੀ ਉਹਦੇ ਕਰਮਾਂ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ। ਕਹਿਣ ਤੋਂ ਭਾਵ ਕਿ ਜੇਕਰ ਧਰਮ ਕਮਾਉਣਾ ਸ਼ੁਰੂ ਕਰ ਦੇਵੇਗਾ ਤੇ ਮਾਲਕ ਦੇ ਦਰੋਂ ਘਰੋਂ ਸਾਰੀਆਂ ਬਖਸ਼ਿਸ਼ਾਂ ਵੀ ਹੋਣਗੀਆਂ। ਜੇਕਰ ਚੰਗੇ ਕਰਮ ਕਰਾਂਗੇ ਤੇ ਚੰਗੀਆਂ ਬਖਸ਼ਿਸ਼ਾਂ, ਜੇ ਮਾੜੇ ਕਰਮ ਕਰਾਂਗੇ ਤੇ ਮਾੜਾ ਉਹਦਾ ਜਿਹੜਾ ਹਰਜਾਨਾ ਭੁਗਤਣਾ ਪਵੇਗਾ। ਸਾਹਿਬ ਕਹਿਣ ਲੱਗੇ, ਥਾਉ ਨਾ ਪਾਇਨ ਕੂੜਿਆਰ ਮੋਹ ਕਾਲੇ ਦੋਜਕ ਚਾਲਿਆ। ਜਿਹੜੇ ਜੀਵਨ ਦੇ ਅੰਦਰ ਝੂਠੇ ਨੇ, ਕੂੜ ਦੇ ਵਿੱਚ ਲੱਗੇ ਹੋਏ ਨੇ, ਕੂੜ ਦੇ ਵਿੱਚ ਗ੍ਰਸਤ ਹੋਏ ਪਏ ਨੇ, ਥਾਉ ਨਾ ਪਾਇਨ ਕੂੜਿਆ। ਪ੍ਰਭੂ ਪਰਮਾਤਮਾ ਦੇ ਦਰ ਦੇ ਉੱਤੇ ਝੂਠਿਆਂ ਨੂੰ ਕੋਈ ਥਾਂ ਨਹੀਂ ਜੇ। ਜਿਹੜੇ ਵਿਕਾਰੀ ਇਨਸਾਨ ਨੇ, ਵਿਕਾਰੀ ਬਿਰਤੀਆਂ ਵਾਲੇ ਨੇ, ਜਿਹੜੇ ਜੀਵਨ ਦੇ ਵਿੱਚ ਮਾੜੇ ਹਾਲਾਤ ਦੇ ਵਿੱਚ ਜਿਉਂਦੇ ਨੇ, ਜਾਂ ਐਵੇਂ ਕਹਿ ਲਏ ਕਿ ਵਿਕਾਰਾਂ ਦੇ ਵਿੱਚ ਜਿਉਂਦੇ ਨੇ, ਕਦੀ ਕਿਸੇ ਦਾ ਚੰਗਾ ਨਹੀਂ ਕਰਨਾ, ਹਮੇਸ਼ਾ ਮਾੜੀ ਸੋਚ, ਮਾੜੇ ਕਰਮ, ਮਾੜੇ ਸੋਚ ਰੱਖਦੇ ਹੋਇਆਂ ਜੀਵਨ ਬਤੀਤ ਕਰਨਾ, ਈਰਖਾ, ਨਿੰਦਿਆ, ਚੁਗਲੀ, ਦਵੈਸ਼, ਵਿਕਾਰੀ ਬਿਰਤੀਆਂ ਧਾਰਨ ਕਰਕੇ ਬੈਠੇ ਰਹਿਣਾ। ਸਾਹਿਬ ਕਹਿਣਗੇ ਉਹਨਾਂ ਦੇ ਜੀਵਨ ਦੇ ਅੰਦਰ ਉਹ ਕੂੜਿਆਰ ਹੈ। ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜਕ ਚਾਲਿਆ। ਮੂੰਹ ਕਾਲੇ ਕਰਵਾ ਕੇ ਸੰਸਾਰ ਦੇ ਉੱਤੋਂ ਜਾਂਦੇ ਨੇ। ਸੰਸਾਰ ਦੇ ਉੱਤੇ ਉਹਨਾਂ ਨੂੰ ਕਿਤੇ ਇੱਜ਼ਤ ਨਹੀਂ ਹੁੰਦੀ, ਬਲਕਿ ਉਹ ਮੂੰਹ ਕਾਲੇ ਕਰਵਾ ਕੇ ਨਰਕਾਂ ਦੀ ਘੋਰ ਸਜ਼ਾ ਦੇ ਵਿੱਚ ਪੈਣ ਦੇ ਵਾਸਤੇ ਜਾਂਦੇ ਨੇ। ਤੇਰੇ ਨਾਏ ਰਤੇ ਸੇਜਣ ਗਏ। ਜਿਹੜੇ ਤਾਂ ਤੇਰੇ ਨਾਮ ਦੇ ਵਿੱਚ ਰੱਤੇ ਜਾਂਦੇ ਨੇ, ਤੇਰੇ ਨਾਏ ਰਤੇ ਸੇਜਣ ਗਏ, ਜਣ ਤੋਂ ਭਾਵੇਂ ਜਿੱਤ ਜਾਂਦੇ ਨੇ। ਜਿਹੜੇ ਤਾਂ ਤੇਰੇ ਨਾਮ ਨੂੰ ਜਪਦਿਆਂ ਹੋਇਆਂ ਜੀਵਨ ਦੇ ਬਤੀਤ ਕਰ ਰਹੇ ਨੇ, ਉਹ ਜਿੱਤ ਕੇ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦੇ ਨੇ। ਹਾਰ ਗਏ ਸੇ ਠੱਗਣ ਵਾਲੇ ਆ। ਜਿਹੜੇ ਕੇਵਲ ਤੇ ਕੇਵਲ ਦੂਜਿਆਂ ਨੂੰ ਠੱਗਣ ਦੇ ਵਾਸਤੇ ਲੱਗੇ ਰਹੇ, ਸਾਰੀ ਉਮਰ ਕਿਸੇ ਕੋਲ ਧੱਕਾ ਜੋਰੀ ਦੇ ਨਾਲ ਪੈਸੇ ਲੈ ਲੈਣੇ, ਸਾਰੀ ਉਮਰ ਕਿਸੇ ਨਾਲ ਝੂਠ ਬੋਲਣਾ, ਵਿਕਾਰੀ ਬਿਰਤੀਆਂ ਧਾਰਨ ਕਰਨੀਆਂ। ਕਿਹਦੇ ਵਾਸਤੇ? ਦੇਖੋ ਅਸੀਂ ਗਲਤ ਕੰਮ ਕਰਦੇ ਹਾਂ, ਕਿਹਦੇ ਵਾਸਤੇ ਕਰਦੇ ਪਏ? ਆਪਣੇ ਵਾਸਤੇ। ਆਪਣਾ ਤਾਂ ਕੁਛ ਨਾਲ ਜਾਣਾ ਨਹੀਂ। ਧੀਆਂ ਪੁੱਤਾਂ ਵਾਸਤੇ। ਜੇਕਰ ਅਸੀਂ ਆਪ ਗਲਤ ਕੰਮ ਕਰਦੇ ਹਾਂ ਤਾਂ ਧੀਆਂ ਪੁੱਤਾਂ ਵਾਸਤੇ ਵੀ ਕੰਡੇ ਬੀਜਣ ਡੇ ਹਾਂ। ਜੇਕਰ ਚੰਗੀ ਕਿਰਤ ਹੋਵੇਗੀ, ਜੇਕਰ ਸਾਈ ਕਿਰਤ ਹੋਵੇਗੀ, ਚੰਗੀ ਕਿਰਤ ਹੋਵੇਗੀ, ਤੇ ਮਾਲਕ ਦੇ ਆਪਣੇ ਵੀ ਕਰਮਾਂ ਦੇ ਵਿੱਚ ਸੁਧਾਰ ਹੋਊਗਾ, ਧੀਆਂ ਪੁੱਤਾਂ ਦੇ ਕਰਮਾਂ ਦੇ ਵਿੱਚ ਸੁਧਾਰ ਹੋਊਗਾ, ਤੇ ਆਪ ਜਪੈ ਅਵਰਾ ਨਾਮ ਜਪਾਉਣ ਵਾਲੀ ਅਵਸਥਾ ਹੋਏਗੀ। ਫਿਰ ਉਹਨਾਂ ਦੀ ਗੱਲ ਜਿਹੜੀ ਸਾਹਿਬ ਗੁਰਮਤਿ ਦੇ ਅੰਦਰ 21 ਕੁੱਲਾਂ ਤਰਨ ਦੀ ਗੱਲ ਆਵੇਗੀ, ਜਿਹੜੇ ਆਪ ਆਪਣੇ ਜੀਵਨ ਦੇ ਅੰਦਰ ਚੰਗੇ ਕਰਮ ਕਰਦੇ ਨੇ। ਲੇਕਿਨ ਜਿਹੜੇ ਆਪ ਜੀਵਨ ਦੇ ਵਿੱਚ ਮਾੜੇ ਕਰਦੇ ਨੇ, ਉਹ ਆਪਣਾ ਵੀ ਨੁਕਸਾਨ ਕਰਦੇ ਨੇ, ਆਪਣੇ ਧੀਆਂ ਪੁੱਤਾਂ ਦਾ ਨੁਕਸਾਨ ਕਰਦੇ ਨੇ। ਆਪ ਡੁੱਬੇ ਚਹੁੰ ਬੇਦਮੇ ਚੇਲੇ ਦੀਏ ਬਹਾਏ। ਆਪ ਵੀ ਡੁੱਬਦੇ ਨੇ, ਉਹ ਦੂਜਿਆਂ ਨੂੰ ਵੀ ਡੋਬ ਲੈਂਦੇ ਨੇ। ਤੇ ਸੱਚੇ ਪਾਤਸ਼ਾਹ ਦੇਖੋ, ਉਦਾਹਰਣ ਦੇ ਤੌਰ ਦੇ ਉੱਤੇ ਭਾਈ ਗੁਰਦਾਸ ਜੀ ਬੜਾ ਸੋਹਣਾ ਬਿਆਨ ਕਰਦੇ ਨੇ। ਕਹਿਣ ਲੱਗੇ, ਬੇੜੀ ਦੇ ਵਿੱਚ ਕਿੱਲ ਵੀ ਲੱਗੇ ਨੇ, ਲੋਹੇ ਦੀਆਂ ਪੱਤਰੀਆਂ ਵੀ ਲੱਗੀਆਂ ਨੇ, ਲੇਕਿਨ ਜੇਕਰ ਉਹਦੀ ਸਹੀ ਬਣਤਰ ਹੋਵੇਗੀ ਤੇ ਉਹਦੇ ਉੱਤੇ ਜਿੰਨਾ ਮਰਜ਼ੀ ਭਾਰ ਲੱਦ ਕੇ ਲੈ ਜਾਵਾਂਗੇ ਤੇ ਉਹ ਚਲੇ ਜਾਵੇਗਾ। ਲੇਕਿਨ ਜੇਕਰ ਅਸੀਂ ਆਖੀਏ ਕਿ ਪੱਥਰ ਦੀ ਬੇੜੀ ਦਰਿਆ ਦੇ ਵਿੱਚ ਵਹੋੜੀਏ, ਦਰਿਆ ਦੇ ਵਿੱਚ ਤਾਰੀਏ, ਤੇ ਕਦੀ ਪੱਥਰ ਦੀ ਬੇੜੀ ਉਹ ਤਰੇਗੀ ਨਹੀਂ। ਲੇਕਿਨ ਬੇੜੀ ਦੇ ਵਿੱਚ ਜੇਕਰ ਲੱਕੜ ਦੀ ਬੇੜੀ ਦੇ ਵਿੱਚ ਜੇਕਰ ਪੱਥਰ ਵੀ ਜਿੰਨਾ ਮਰਜ਼ੀ ਰੱਖ ਲਈਏ, ਉਹਦੇ ਮੁਤਾਬਕ ਭਾਰ ਰੱਖ ਕੇ ਲੈ ਜਾਈਏ ਤੇ ਉਹ ਪਾਰ ਚਲੇ ਜਾਵੇਗਾ। ਜੇਕਰ ਸਾਡੇ ਜੀਵਨ ਦੇ ਵਿੱਚ ਸ਼ੁਭ ਗੁਣ ਹੋਣਗੇ ਤੇ ਅਸੀਂ ਆਪ ਤੇ ਤਰਾਂਗੇ, ਬਲਕਿ ਦੂਜਿਆਂ ਨੂੰ ਵੀ ਤਾਰਨ ਦੇ ਯੋਗ ਹੋ ਜਾਵਾਂਗੇ। ਆਪ ਜਪੇ ਅਵਰਾ ਨਾਮ ਜਪਾਏ। ਆਪ ਵੀ ਜਪਾਂਗੇ, ਦੂਜਿਆਂ ਦਾ ਨਾਮ ਵੀ ਜਪਣ ਵਾਸਤੇ ਪ੍ਰੇਰਨਾ ਕਰਾਂਗੇ, ਉਹ ਨਾਮ ਜਪਣ ਦੇ ਵਾਸਤੇ ਤਿਆਰ ਹੋਣਗੇ। ਲੇਕਿਨ ਜੇਕਰ ਅਸੀਂ ਆਪ ਗਲਤ ਕੰਮ ਕਰਾਂਗੇ, ਆਪ ਤੇ ਡੁੱਬਣਾ ਹੀ ਡੁੱਬਣਾ, ਬਲਕਿ ਆਪਣੇ ਪਰਿਵਾਰ ਸਮੇਤ ਡੁੱਬਣ ਦੇ ਵਿੱਚ ਲੱਗੇ ਰਵਾਂਗੇ। ਹਾਰ ਗਏ ਸੇ ਠੱਗਣ ਵਾਲੇ ਆ। ਜਿਹੜੇ ਦੂਜਿਆਂ ਨੂੰ ਠੱਗਦੇ ਨੇ ਨਾ,
ਉਹ ਆਪ ਹਾਰ ਕੇ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਨੇ। ਲਿਖ ਨਾਵੇਂ ਧਰਮ ਬਹਾਲਿਆ। ਉਸ ਪ੍ਰਭੂ ਪਰਮਾਤਮਾ ਨੇ ਧਰਮ ਰਾਜ ਨੂੰ ਲਿਖਣ ਵਾਸਤੇ, ਲੇਖ ਲਿਖਣ ਵਾਸਤੇ ਸਾਡੇ ਵਿੱਚ ਬਿਠਾਇਆ ਹੋਇਆ ਹੈ। ਪ੍ਰਭੂ ਪਰਮਾਤਮਾ ਆਪ ਸਾਡੇ ਕਰਮ ਸਾਡੇ ਜੀਵਨ ਦੇ ਵਿੱਚ ਲਿਖਦਾ ਪਿਆ ਹੈ। ਕਿਵੇਂ ਕਿਵੇਂ ਦੇ ਅਸੀਂ ਕਰਮ ਆਪਣੇ ਜੀਵਨ ਦੇ ਵਿੱਚ ਕਰਦੇ ਪਏ ਹਾਂ। ਜੇਕਰ ਸ਼ੁਭ ਕਰਮ ਕਰਾਂਗੇ ਉਹਨਾਂ ਦਾ ਲਾਹਾ ਸਾਨੂੰ ਸ਼ੁਭ ਪ੍ਰਾਪਤ ਹੋਵੇਗਾ। ਜੇ ਮਾੜੇ ਕਰਮ ਕਰਾਂਗੇ ਮਾੜਾ ਪ੍ਰਾਪਤ ਹੋਵੇਗਾ, ਲਾਭ ਪ੍ਰਾਪਤ ਹੋਵੇਗਾ। ਇਸ ਕਰਕੇ ਕੋਸ਼ਿਸ਼ ਕਰੀਏ, ਕਿਉਂਕਿ ਗੁਰੂ ਬਾਣੀ ਦੇ ਸ਼ੁਰੂਆਤੀ ਬੇਨਤੀ ਕੀਤੀ ਸੀ, ਆਸਾ ਕੀ ਵਾਰ ਦੀ ਬਾਣੀ ਦੇ ਅੰਦਰ ਸਾਨੂੰ ਨਿੱਤਾ ਪ੍ਰਤੀ ਜਿਹੜੇ ਅਸੀਂ ਕੰਮ ਕਰਦੇ ਪਏ ਹਾਂ ਉਹਨਾਂ ਦੇ ਬਾਰੇ ਵਿੱਚ ਗੁਰਦੇਵ ਪਾਤਸ਼ਾਹ ਨੇ ਬਹੁਤ ਤਾਤ ਦੇ ਨਾਲ ਤਾੜਨਾ ਕੀਤੀ ਹੈ। ਬਹੁਤ ਤਾਤ ਦੇ ਵਿੱਚ ਸਾਨੂੰ ਝੰਜੋੜਿਆ ਹੈ ਕਿ ਇਹ ਗੁਰਸਿੱਖਾ ਤੂੰ ਅੱਜ ਆਹ ਕੰਮ ਨਹੀਂ ਕਰਦੇ, ਤੂੰ ਆਪਣੇ ਜੀਵਨ ਦੇ ਅੰਦਰ ਇਹ ਕਰਮਾਂ ਤੋਂ ਗੁਰੇਜ਼ ਕਰਨਾ ਹੈ। ਪਰਹੇਜ਼ ਕਰਨ ਦੀ ਹਰ ਥਾਂ ਦੇ ਉੱਤੇ ਗੱਲ ਕੀਤੀ ਹੈ। ਸੱਚੇ ਪਾਤਸ਼ਾਹ ਰਹਿਮਤ ਕਰਨ। ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਚੁੱਕਾਂ ਹੁੰਦੀਆਂ ਨੇ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।